सवाल खड़े करदियां ने कि वो जो अपनी धरती तो दूजे मुल्क जाते हैं तो पिछे उन्होंने जिहड़ियां ज़मीनां हुंदियां ने जायदादां हुंदियां ने उन्होंने किस तरीके नाल टारगेट किया जाता। तकरीबन 20 साल हो गए इंसाफ हाले तक नहीं मिलिया। डीजीपी पंजाब कोल जाते हैं, कदे गवर्नर दे कोल जाते हैं तो कदे सियासी आकावां दे दरवाजे खड़काउंदे ने कि इंसाफ दिता जाए। कदों की घटना हैगी, तुहाडे नाल की होया सीगा, किहने बदसलूकी कीती जां किस तरीके नाल लुੱਟ होई है तुहाडे हत्थ? ਜਦੋਂ ਮੈਂ ਆਈ ਤੇ ਇਹਨਾਂ ਨੇ ਮੇਰੇ ਘਰ ਦੇ ਰਹਿਸ਼ੀ ਘਰ ਦੇ ਵਿੱਚ ਜਦ ਗੁੰਡੇ ਮਾਰੇ, ਪਹਿਲਾਂ ਡਾਕਾ ਮਾਰਿਆ ਤੇ ਇਟ ਵਾਸ ਹੌਰੀਫਾਈਡ ਕਿ ਇਹ ਲੋਕ ਸ਼ਰੇਆਮ ਕਿਸ ਤਰ੍ਹਾਂ ਡਾਕਾ ਮਾਰ ਸਕਦੇ ਆ। ਇਹਨਾਂ ਨੇ ਮੈਨੂੰ ਚਿੱਠੀ ਦੇ ਕੇ ਡੀਜੀਪੀ ਕੋਲ ਭੇਜ ਦਿੱਤਾ। ਵੈਲ ਇਹ ਸੋਚਦੇ ਸੀ ਕਿ ਇਹਨੂੰ ਇੰਨਾ ਕੁ ਹਰਾਸ ਕਰ ਦਿਓ, ਇੰਨਾ ਕੁ ਡਰਾ ਦਿਓ, ਇਹ ਚਲੀ ਜਾਵੇ। ਕੌਣ ਲੋਕ ਸੀਗੇ, ਕੀ ਲੁੱਟਿਆ ਸੀਗਾ, ਘਰ ਦੇ ਵਿੱਚ ਡਾਕਾ ਕਿਉਂ ਮਾਰਿਆ? 3,42,000 ਤੇ 18-19 ਤੋਲੇ ਸੋਨਾ ਸੀਗਾ ਤੇ ਬਾਕੀ ਜੋ ਕੋਸਟਲੀ ਹੋਰ ਚੀਜ਼ਾਂ ਸੀ, 4 ਮੋਬਾਈਲ ਸੀ। ਉਹ ਐਸਐਚਓ ਜਦ ਮੇਰੇ ਗਲ ਤੋਂ ਗਹਿਣੇ ਲਾ ਰਿਹਾ ਸੀ, ਮੇਰੇ ਹੱਥੋਂ ਕੈਸ਼ ਖੋ ਰਿਹਾ ਸੀ, ਮੋਬਾਈਲ ਖੋ ਰਿਹਾ ਸੀਗਾ, ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ। ਉਸ ਵੇਲੇ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਕੁਝ ਸਮਥਿੰਗ ਬਹੁਤ ਗਲਤ ਹੋ ਰਿਹਾ। ਲੇਕਿਨ ਆਹ ਜੋ ਰੂਪ ਮੈਂ ਹੁਣ ਆਣ ਕੇ ਦੇਖਿਆ, ਇਹ ਮੈਂ ਕਦੀ ਨਹੀਂ ਦੇਖਿਆ ਸੀ। कुल मिला के ये समझ नहीं आ रहा कि सिर्फ इसे करके तुहानूं निशाना बनाया गया कि तुसीं NRI हो, तुहाडे कोल पैसा हैगा। ਇਹਨਾਂ ਨੇ ਜਦੋਂ ਮੇਰੀਆਂ ਕੋਠੀਆਂ ਤੇ ਕਬਜ਼ਾ ਕੀਤਾ ਉਸ ਵਕਤ ਮੇਰਾ ਦਿਲ ਬਹੁਤ ਖਰਾਬ ਹੋਇਆ। ਡਾਕੇ ਡੂਕੇ ਤਾਂ ਲੋਕਾਂ ਦੇ ਵੀ ਪੈਂਦੇ ਸੀ, ਸਾਨੂੰ ਤਾਂ ਬਾਅਦ ਚ ਪਤਾ ਲੱਗਾ ਨਾ ਵੀ ਡਾਕਾ ਇਹਨਾਂ ਨੇ ਮਾਰਿਆ। ਕੀ ਡਾਊਟ ਰੱਖ ਸਕਦੇ ਹੋ ਤੁਸੀਂ? ਉਸ SHO ਬਾਰੇ ਤੁਸੀਂ ਅਦਾਲਤ ਦੇ ਵਿੱਚ ਜਾਂ ਅਦਾਲਤੀ ਕੇਸ ਨਹੀਂ ਲੜਿਆ ਹੈ? ਸਰ ਉਹਦੇ ਤੇ ਪਰਚਾ ਦਰਜ ਹੋ ਗਿਆ। ਇਸੇ ਵਾਸਤੇ ਸਰ ਮੈਂ ਡੀਜੀਪੀ ਸਾਹਿਬ ਦੇ ਬਾਰ-ਬਾਰ ਜਾਂਦੀ ਹਾਂ कि डीजीपी साहब ने ये जरूर पूछूंगी भी तो फेस टू फेस एक बारी हो मैं तेनों प्रूफ दिखावां कि हू इज़ एट फॉल्ट। ਜਿਹੜੇ ਤਨਖਾਹਾਂ भी लेंदे आ और साडे घरां नूं भी लुੱਟਦੇ आ, साडियां जिंदगियां तबाह करदे। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। NRI ਭਰਾਵਾਂ ਦੇ ਨਾਲ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਸਵਾਲ ਖੜੇ ਕਰਦੀਆਂ ਨੇ ਕਿ ਉਹ ਜਦੋਂ ਆਪਣੀ ਧਰਤੀ ਤੋਂ ਦੂਜੇ ਮੁਲਕ ਜਾਂਦੇ ਨੇ ਤਾਂ ਪਿੱਛੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ, ਜਾਇਦਾਦਾਂ ਹੁੰਦੀਆਂ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ। ਪਿਛਲੇ ਲੰਮੇ ਸਮੇਂ ਤੋਂ ਇੱਕ ਸੰਘਰਸ਼ ਦੀ ਕਹਾਣੀ ਚੱਲ ਰਹੀ ਹੈਗੀ ਆ। ਤਕਰੀਬਨ 20 ਸਾਲ ਹੋ ਗਏ ਇੰਸਾਫ ਹਾਲੇ ਤੱਕ ਨਹੀਂ ਮਿਲਿਆ। ਇੱਕ NRI ਮਹਿਲਾ ਜਿਹੜੇ ਨੇ ਉਹ ਲਗਾਤਾਰ ਦਰ ਦੀਆਂ ਠੋਕਰਾਂ ਖਾ ਰਹੇ ਨੇ। ਕਦੇ DGP ਪੰਜਾਬ ਕੋਲ ਜਾਂਦੇ ਨੇ, ਕਦੇ ਗਵਰਨਰ ਦੇ ਕੋਲ ਜਾਂਦੇ ਨੇ ਤੇ ਕਦੇ ਸਿਆਸੀ ਆਕਾਵਾਂ ਦੇ ਦਰਵਾਜ਼ੇ ਖੜਕਾਉਂਦੇ ਨੇ ਕਿ ਇਨਸਾਫ ਦਿੱਤਾ ਜਾਵੇ, ਮੇਰੇ ਨਾਲ ਸ਼ਰੇਆਮ ਬਦਸਲੂਕੀ ਹੋਈ ਹੈ, ਧੱਕਾ ਹੋਇਆ ਹੈਗਾ। ਪਰ ਲੰਮਾ ਸਮਾਂ ਹੋ ਗਿਆ, ਇਨਸਾਫ ਨਹੀਂ ਮਿਲ ਰਿਹਾ। ਮਹਿਲਾ ਸਾਡੇ ਨਾਲ ਨੇ ਕਿਉਂਕਿ ਇੱਕ ਵਾਰ ਫਿਰ ਗਵਰਨਰ ਤੋਂ ਜਾ ਕੇ ਆਏ ਨੇ। ਗਵਰਨਰ ਸਾਹਿਬ ਨੇ ਵੀ ਕਹਿੰਦੇ ਭਰੋਸਾ ਦਿੱਤਾ, ਗੱਲਬਾਤ ਕਰਕੇ ਸਮਝਾਂਗੇ ਕਿ ਪੂਰਾ ਮਸਲਾ ਕੀ ਹੈਗਾ। ਮੈਡਮ ਕੀ ਨਾਮ ਜੀ ਤੁਹਾਡਾ? ਜੋਗਿੰਦਰ ਕੌਰ ਸੰਧੂ। ਮੈਡਮ ਲੰਮਾ ਸਮਾਂ ਹੋ ਗਿਆ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ 20 ਸਾਲ ਹੋ ਗਏ ਤੁਹਾਨੂੰ ਸੰਘਰਸ਼ ਦੀ ਕਹਾਣੀ ਇਸ ਚੱਲਦੀ ਨੂੰ। ਹਾਲੇ ਤੱਕ ਹੁਣ ਤੁਸੀਂ ਗਵਰਨਰ ਕੋਲ ਵੀ ਜਾ ਕੇ, ਪਹਿਲਾਂ ਸਭ ਤੋਂ ਪਹਿਲਾਂ ਮਾੜਾ ਜਿਹਾ ਮਾਮਲਾ ਦੱਸ ਦਿਓ, ਇਹ ਕਦੋਂ ਦੀ ਘਟਨਾ ਹੈਗੀ, ਤੁਹਾਡੇ ਨਾਲ ਕੀ ਹੋਇਆ ਸੀਗਾ, ਕਿਹਨੇ ਬਦਸਲੂਕੀ ਕੀਤੀ ਜਾਂ ਕਿਸ ਤਰੀਕੇ ਨਾਲ ਲੁੱਟ ਹੋਈ ਹੈ ਤੁਹਾਡੇ ਅਹਿਸਾਸਿਆਂ ਦੀ? ਸਰ ਲੰਮਾ ਸਮਾਂ ਮੇਰੇ ਤੋਂ ਪਹਿਲਾਂ ਤਾਂ ਬਹੁਤ ਦੁਨੀਆ ਲੁੱਟੀ ਹੋਈ ਸੀ ਇਹਨਾਂ ਨੇ। ਜਦੋਂ ਮੈਂ ਆਈ ਤੇ ਇਹਨਾਂ ਨੇ ਮੇਰੇ ਘਰ ਦੇ ਰਹਿਸ਼ੀ ਘਰ ਦੇ ਵਿੱਚ ਜਦ ਗੁੰਡੇ ਮਾਰੇ, ਪਹਿਲਾਂ ਡਾਕਾ ਮਾਰਿਆ ਤੇ ਇਟ ਵਾਸ ਹੌਰੀਫਾਈਡ ਕਿ ਇਹ ਲੋਕ ਸ਼ਰੇਆਮ ਕਿਸ ਤਰ੍ਹਾਂ ਡਾਕਾ ਮਾਰ ਸਕਦੇ ਆ। ਵੈਲ ਮੈਂ ਇਹਨਾਂ ਤੋਂ ਡਰੀ ਨਹੀਂ। ਮੈਂ ਅੱਗੇ SSP ਸਾਹਿਬ ਕੋਲ ਗਈ। SSP ਸਾਹਿਬ ਕੋਲੋਂ ਅਸੀਂ 15 ਦਿਨ ਭੁੱਖ ਹੜਤਾਲ 'ਤੇ ਬੈਠ ਗਏ। ਭੁੱਖ ਹੜਤਾਲ ਤੋਂ ਸੁਖਚੈਨ ਸਿੰਘ ਗਿੱਲ ਸਾਡੇ SSP ਸੀਗੇ, ਇਹਨਾਂ ਨੇ ਮੈਨੂੰ ਚਿੱਠੀ ਦੇ ਕੇ DGP ਕੋਲ ਭੇਜ ਦਿੱਤਾ। ਵੈਲ ਇਹ ਸੋਚਦੇ ਸੀ ਕਿ ਇਹਨੂੰ ਇੰਨਾ ਕੁ ਹਰਾਸ ਕਰ ਦਿਓ, ਇੰਨਾ ਕੁ ਡਰਾ ਦਿਓ, ਇਹ ਚਲੀ ਜਾਵੇ। ਕੌਣ ਲੋਕ ਸੀਗੇ, ਕੀ ਲੁੱਟਿਆ ਸੀਗਾ, ਘਰ ਦੇ ਵਿੱਚ ਡਾਕਾ ਕਿਉਂ ਮਾਰਿਆ ਸੀ ਤੁਹਾਡੇ? ਸਾਡਾ ਘਰ ਤਾਂ ਤੁਹਾਨੂੰ ਪਤਾ ਸਾਡੇ ਭਰੇ ਹੁੰਦੇ ਹੈਗੇ, ਘਰ ਦੇ ਵਿੱਚ ਕੈਸ਼ ਵੀ ਸੀ। ਇਹਨਾਂ ਦੇ ਹੱਥ 3,42,000 ਤੇ 18-19 ਤੋਲੇ ਸੋਨਾ ਸੀਗਾ ਤੇ ਬਾਕੀ ਜੋ ਕੋਸਟਲੀ ਹੋਰ ਚੀਜ਼ਾਂ ਸੀ, 4 ਮੋਬਾਈਲ ਸੀ, ਉਹ ਚੱਕ ਕੇ ਲੈ ਗਏ। ਉਸ ਤੋਂ ਬਾਅਦ ਇੱਕ SHO ਜਿਹਦੇ ਤੇ ਸਾਨੂੰ ਬੜੀਆਂ ਆਸਾਂ ਹੁੰਦੀਆਂ ਕਿ SHO ਇਨਸਾਫ ਦਿੰਦਾ, ਉਹ SHO ਜਦ ਮੇਰੇ ਗਲ ਤੋਂ ਗਹਿਣੇ ਲਾ ਰਿਹਾ ਸੀ, ਮੇਰੇ ਹੱਥੋਂ ਕੈਸ਼ ਖੋ ਰਿਹਾ ਸੀ, ਮੋਬਾਈਲ ਖੋ ਰਿਹਾ ਸੀਗਾ, ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ। ਉਸ ਵੇਲੇ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਕੁਝ ਸਮਥਿੰਗ ਬਹੁਤ ਗਲਤ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਜਿਹਨੂੰ ਮੈਂ 1972 'ਚ ਸਰ ਪੰਜਾਬ ਛੱਡਿਆ ਸੀ। ਉਸ ਵਕਤ ਸਾਡਾ ਪੰਜਾਬ ਬਹੁਤ ਵਧੀਆ ਸੀਗਾ। ਲੇਕਿਨ ਆਹ ਜੋ ਰੂਪ ਮੈਂ ਹੁਣ ਆਣ ਕੇ ਦੇਖਿਆ, ਇਹ ਮੈਂ ਕਦੀ ਨਹੀਂ ਦੇਖਿਆ ਸੀ। ਅਸੀਂ 2 ਰੈਸਟੋਰੈਂਟ ਸੀ, ਸਾਡੇ ਫਰਾਂਸ ਐਕਸਪੋਰਟ ਦੀ ਸ਼ੌਪ ਸੀ, ਬਹੁਤ ਹੱਸਦਾ ਖੇਡਦਾ ਪਰਿਵਾਰ ਆ, ਬੇਟਾ ਪੁਲਿਸ ਆਫਿਸਰ, ਬੇਟੀਆਂ ਆਪਣੇ ਆਪਣੇ ਘਰ।
ਇਹਨਾਂ ਨੇ ਮੈਨੂੰ ਇਸ ਤਰ੍ਹਾਂ ਰੋਕਿਆ ਜਿਸ ਤਰ੍ਹਾਂ ਕਿ ਮੇਰੇ ਕੋਲ ਕੋਈ ਡਾਇਮੰਡਸ ਹੁੰਦੇ ਆ ਜਾਂ ਮੇਰੇ ਘਰ ਦੇ ਵਿੱਚ ਪਤਾ ਨਹੀਂ ਕੀ ਹੁੰਦਾ। ਖੈਰ ਮਿਲਿਆ ਤਾਂ ਜੋ ਇਹਨਾਂ ਨੂੰ ਆ ਦੇਖੋ ਇਹ ਵੀ ਜਾਣਦੇ ਆ, ਮੈਂ ਵੀ ਜਾਣਦੀ ਹਾਂ, DGP ਵੀ ਜਾਣਦਾ, ਔਰ ਸਾਡੇ ਜਿੰਨੇ CP ਆ SSP ਕਈਆਂ ਸਾਨੂੰ ਇਨਸਾਫ ਦਿੱਤਾ ਸਰ। ਉਹਨਾਂ ਨੂੰ ਬੜਾ ਦੁੱਖ ਹੋਇਆ ਕਿਉਂਕਿ ਉਹਨਾਂ ਦਾ ਇਨਸਾਫ ਜਿਹੜਾ ਉਹ ਮੇਨਟੇਨ ਨਹੀਂ ਕੀਤਾ ਗਿਆ। ਜਦੋਂ ਵੀ ਸਾਨੂੰ ਲੁਧਿਆਣਾ ਪੁਲਿਸ ਇਨਸਾਫ ਦਿੰਦੀ ADGP ਕ੍ਰਾਈਮ ਫਾਈਲ ਹੀ ਚੁੱਕ ਲਿਆਉਂਦਾ ਕਿ ਤੁਸੀਂ ਇਹ ਕਿਉਂ ਲਿਖਦੇ ਹੋ। ਨਾ ਵੀ ਡੋਂਟ ਨੋ, ਮੈਂ ਇਕੱਲੀ ਨਹੀਂ ਆ ਸਰ, ਅੱਧਾ ਲੁਧਿਆਣਾ ਜਿਹੜਾ ਉਹ ਰੋਂਦਾ ਫਿਰਦਾ ਆ। ਲੇਕਿਨ ਇਹਨਾਂ ਨੇ ਇੱਕ ਆਪਣੀ ਮੋਨੋਪੋਲੀ ਬਣਾਈ ਹੋਈ ਆ ਕਿ ਜਿਹਦਾ ਘਰ ਇੱਕ ਵਾਰੀ ਖੋਹ ਲਿਆ ਛੱਡਣਾ ਨਹੀਂ। ਇਹ ਕਾਰਨ ਕੀ ਲੱਗੇ, ਕਾਰਨ ਕੀ ਪਤਾ ਲੱਗੇ ਵੀ ਕਿਉਂ ਉਹ ਤੁਹਾਡੇ ਘਰ ਦੇ ਵਿੱਚ ਆਏ? ਤੁਹਾਨੂੰ ਕੀ ਕਾਰਨ ਦੱਸਿਆ ਕਿ ਹਵਾਲੇ ਦਾ ਪੈਸਾ ਕਿਹਾ ਗਿਆ ਕਿ ਕੀ ਕਿਹਾ ਗਿਆ? ਤੁਹਾਨੂੰ ਤੁਹਾਡੇ ਤੇ ਇਲਜ਼ਾਮ ਕੀ ਲਾਏ ਗਏ? ਪੈਸਾ ਕਿੰਨਾ ਕੁ ਸੀਗਾ ਜਿਹੜਾ ਲੈ ਗਏ? ਕਿੰਨੇ ਕੁ ਦੀ ਰਾਸ਼ੀ ਸੀ ਤੁਹਾਡੀ? ਸਰ ਪਹਿਲਾਂ ਤਾਂ ਇਲਜ਼ਾਮ ਤਾਂ ਲੱਗਦਾ ਜੇ ਕੋਈ ਬੰਦਾ, ਮੈਂ ਐਕਸਪੋਰਟ 'ਚ ਸੀ, ਮੈਂ ਚੈਂਬਰ ਆਫ ਕਾਮਰਸ ਫਰਾਂਸ ਤੋਂ ਰਜਿਸਟਰਡ ਸੀ, ਮੇਰੇ ਤੇ ਤਾਂ ਇਲਜ਼ਾਮ ਲਾ ਹੀ ਨਹੀਂ ਸਕਦੇ। ਠੀਕ ਹੈ ਨਾ। ਇਹਨਾਂ ਨੇ ਕੋਈ DSP ਮੋਹਨ ਲਾਲ ਸੀਗਾ, ਉਹਦੇ ਕੋਲੋਂ ਪਹਿਲਾਂ ਤਾਂ ਮੇਰੇ ਤੇ ਇਹਨਾਂ ਨੇ ਉਹ ਜਿਹੜਾ ਗੁੰਡਾ ਆ ਕਹਿੰਦੇ ਉਹਨੂੰ ਮੈਂ ਕਿਡਨੈਪ ਕਰ ਲਿਆ। ਸੌਰੀ ਅੱਜ ਨਾ ਮੈਂ ਫੋਟੋਸ ਨਹੀਂ ਲੈ ਕੇ ਆਈ, ਨਹੀਂ ਮੈਂ ਤੁਹਾਨੂੰ ਫੋਟੋਸ ਦਿਖਾਉਂਦੀ, ਤੁਸੀਂ ਹੈਰਾਨ ਹੋ ਜਾਓਗੇ। ਉਹਨੂੰ ਇਲੀਗਲ ਹਥਿਆਰ ਦਿੱਤੇ ਹੋਆ, ਉਹਨੂੰ ਨਸ਼ੇ ਦੇ ਟੀਕੇ ਦਿੱਤੇ ਹੋ, ਪਤਾ ਨਹੀਂ ਇਹਨਾਂ ਨੇ ਉਹਨੂੰ ਕੀ ਦਿੱਤਾ ਹੋਇਆ। ਲੇਕਿਨ ਮੈਂ ਉਹਨੂੰ ਕਿੱਦਾਂ ਕਿਡਨੈਪ ਕਰ ਸਕਦੀ ਹਾਂ? ਅਸੀਂ ਲੋਕ ਤਾਂ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ। ਫਿਰ ਕਹਿੰਦੇ ਜੀ ਇਹਦੇ ਘਰ ਵਾਲਾ ਵੀ ਇਹਦੇ ਨਾਲ ਸੀ, ਜਦ ਕਿ ਉਹ ਉਸ ਵੇਲੇ ਹਾਰਟ ਅਟੈਕ ਦੇ ਨਾਲ ਲਿਓਨ ਹਸਪੀਟਲ 'ਚ ਐਡਮਿਟ ਸੀਗੇ। ਇੰਨੀ ਕੋਲ ਦਿੱਤੀ ਸਰ ਇਹਨਾਂ ਨੇ। ਕੋਈ ਰੀਜ਼ਨ ਤਾਂ ਦੱਸੀਏ, ਜੇ ਕੋਈ ਰੀਜ਼ਨ ਹੋਵੇ। ਉਸ ਤੋਂ ਬਾਅਦ ਮੇਰਾ ਬੇਟਾ ਆਇਆ ਜਦੋਂ, ਤੇ ਅਸੀਂ ਘਰੇ ਅਖੰਡ ਪਾਠ ਕਰਾਉਣ ਲੱਗੇ। ਮੈਂ ਤਾਂ ਦਿੱਲੀ ਏਅਰਪੋਰਟ ਨੂੰ ਗਈ ਬੱਚੇ ਲੈਣ। ਇਹਨਾਂ ਨੇ ਸੋਚਿਆ ਪਤਾ ਨਹੀਂ ਮੇਰੀ ਫਲਾਈਟ ਹੋਈ ਆ, ਇਹਨਾਂ ਨੇ ਲਿਆ ਕੇ ਗੁੰਡੇ ਮੇਰੇ ਘਰ ਰਿਹਾਇਸ਼ੀ ਕੋਠੀ 'ਚ ਵਾੜਤੇ। ਜਦੋਂ ਅਸੀਂ ਆਏ ਸਰ ਕਹਿੰਦੇ ਇਹਦੇ ਬੇਟੇ ਨੂੰ ਕਿਸੇ ਕੇਸ 'ਚ ਫਸਾ ਦਿਓ, ਮੋਟੀ ਰਕਮ ਮਿਲੂਗੀ। ਵਾਟ ਨੌਨਸੈਂਸ ਸਰ। ਇੱਕ ਬੱਚਾ ਜੋ ਆਪਣੀ ਕੰਪਲੀਟ ਲਾਈਫ ਬਣਾ ਕੇ ਇੱਕ ਆਫੀਸ਼ੀਅਲ ਦਾਇਰੇ 'ਚ ਆ ਕੇ ਆਪਣੇ ਘਰ ਆਇਆ, ਘਰ 'ਚ ਅਖੰਡ ਪਾਠ ਰਖਾਇਆ, ਇਹਨਾਂ ਦੀ ਨੀਅਤ ਹੋ ਗਈ ਵੀ ਇਹਨੂੰ ਫਸਾਓ, ਮੋਟੀ ਰਕਮ ਕਹੋ। ਸਰ ਇਹਨਾਂ ਦਾ ਤਾਂ ਦੀਨ ਮਨ ਹੈ ਨਹੀਂ। ਤੁਸੀਂ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿਉਂਕਿ ਕੁੱਲ ਮਿਲਾ ਕੇ ਇਹ ਸਮਝ ਨਹੀਂ ਆ ਰਿਹਾ ਕਿ ਸਿਰਫ ਇਸੇ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਤੁਸੀਂ NRI ਹੋ, ਤੁਹਾਡੇ ਕੋਲ ਪੈਸਾ ਹੈਗਾ, ਤੁਹਾਡੀ ਜ਼ਮੀਨ ਜਾਇਦਾਦ ਹੈਗੀ ਹੈ ਤੇ ਤੁਹਾਡੇ ਤੋਂ ਉਹ ਪੈਸਾ ਅਸੀਂ ਕਿਸੇ ਨਾ ਕਿਸੇ ਤਰੀਕੇ ਹੜਪ ਲਈਏ। ਬਿਲਕੁਲ ਸਰ। ਇਹਨਾਂ ਨੇ ਜਦੋਂ ਮੇਰੀਆਂ ਕੋਠੀਆਂ ਤੇ ਕਬਜ਼ਾ ਕੀਤਾ ਉਸ ਵਕਤ ਮੇਰਾ ਦਿਲ ਬਹੁਤ ਖਰਾਬ ਹੋਇਆ। ਡਾਕੇ ਡੂਕੇ ਤਾਂ ਲੋਕਾਂ ਦੇ ਵੀ ਪੈਂਦੇ ਸੀ, ਸਾਨੂੰ ਤਾਂ ਬਾਅਦ 'ਚ ਪਤਾ ਲੱਗਾ ਨਾ ਵੀ ਡਾਕਾ ਇਹਨਾਂ ਨੇ ਮਾਰਿਆ। ਤੇ ਜਦੋਂ ਇੱਕ SHO ਤੁਹਾਨੂੰ ਸ਼ਰੇਆਮ ਲੁੱਟਦਾ ਸਰ, ਉਸ ਵੇਲੇ ਤੁਸੀਂ ਕੀ ਡਾਊਟ ਰੱਖ ਸਕਦੇ ਹੋ? ਤੁਸੀਂ ਫਿਰ ਉਸ SHO ਬਾਰੇ ਤੁਸੀਂ ਅਦਾਲਤ ਦੇ ਵਿੱਚ ਜਾਂ ਅਦਾਲਤੀ ਕੇਸ ਨਹੀਂ ਲੜਿਆ ਹੈਗਾ? ਸਰ ਉਹਦੇ ਤੇ ਪਰਚਾ ਦਰਜ ਹੋ ਗਿਆ। ਜਦੋਂ ਉਹਦੇ ਪਰਚਾ ਦਰਜ ਹੋਣ ਲੱਗਾ, ਇਹ ਉੱਤੋਂ ਕਹਿੰਦੇ ਸੀਗੇ, ਉਦੋਂ ਨਹੀਂ ਸੀ ਸਾਨੂੰ ਪਤਾ ਇਹ DGP ਕ੍ਰਾਈਮ ਕੀ ਹੁੰਦਾ, ਉੱਤੋਂ ਪ੍ਰੈਸ਼ਰ ਆ ਰਿਹਾ ਜੀ ਇਹ ਤੇ ਪਰਚਾ ਨਾ ਦਰਜ ਕਰੋ, ਪੈਸੇ। ਲਾਅ ਐਂਡ ਆਰਡਰ ਕਿੱਥੇ ਹੈ ਸਰ? ਅਸੀਂ ਤਾਂ ਇਹਨਾਂ ਨੂੰ ਇਹ ਪੁੱਛਦੇ ਹਾਂ ਵੀ ਤੁਸੀਂ ਇਹ ਕਰਦੇ ਕਿਉਂ? ਮਾਸੂਮਾਂ ਨੂੰ ਫਸਾਉਂਦੇ ਹੋ ਤੁਸੀਂ, ਜਿਹੜੇ ਕ੍ਰਿਮੀਨਲ ਕ੍ਰਾਈਮ ਕਰਦੇ ਆ ਉਹਨਾਂ ਨੂੰ ਬਚਾਉਂਦੇ ਹੋ ਤੁਸੀਂ ਕਿਉਂ? ਇਸੇ ਵਾਸਤੇ ਸਰ ਮੈਂ DGP ਸਾਹਿਬ ਦੇ ਬਾਰ-ਬਾਰ ਜਾਂਦੀ ਹਾਂ ਕਿ DGP ਸਾਹਿਬ ਨੂੰ ਇਹ ਜ਼ਰੂਰ ਪੁੱਛੂੰਗੀ ਵੀ ਤੂੰ ਫੇਸ ਟੂ ਫੇਸ ਇੱਕ ਵਾਰੀ ਹੋ, ਮੈਂ ਤੈਨੂੰ ਪ੍ਰੂਫ ਦਿਖਾਵਾਂ ਕਿ ਹੂ ਇਜ਼ ਐਟ ਫਾਲਟ, ਕੌਣ ਦੋਸ਼ੀ ਆ। ਤੁਸੀਂ ਸਾਨੂੰ ਦੋਸ਼ੀ ਦੱਸਦੇ ਹੋ, ਅਸੀਂ ਕਾਹਦੇ ਦੋਸ਼ੀ ਆ? ਦੋਸ਼ੀ ਤੁਸੀਂ ਹੋ ਜਿਹੜੇ ਤਨਖਾਹਾਂ ਵੀ ਲੈਂਦੇ ਆ ਔਰ ਸਾਡੇ ਘਰਾਂ ਨੂੰ ਵੀ ਲੁੱਟਦੇ ਆ, ਸਾਡੀਆਂ ਜ਼ਿੰਦਗੀਆਂ ਤਬਾਹ ਕਰਦੇ ਆ। ਮੁਕਤਸਰ ਸਾਹਿਬ ਸਰ ਇਹਨਾਂ ਨੇ ਜਦੋਂ ਲੁਧਿਆਣਾ ਪੁਲਿਸ ਨੇ ਇਹਨਾਂ ਦੀ ਨਹੀਂ ਮੰਨੀ, ਲੁਧਿਆਣਾ ਪੁਲਿਸ ਮੈਨੂੰ ਪ੍ਰੋਟੈਕਸ਼ਨ ਦੇ ਰਹੀ ਸੀ, ਕਦੀ ਮੈਨੂੰ ਸਿਕਿਉਰਿਟੀ ਦੇ ਰਹੀ ਸੀ, ਕਦੀ ਮੈਨੂੰ ਬਚਾ ਰਹੀ ਸੀ। ਜੋ ਸੱਚਾਈ ਆ ਅਸੀਂ ਤਾਂ ਉਹ ਸੱਚਾਈ ਦੱਸਾਂਗੇ, ਲੇਕਿਨ ਇਹ ਕਹਿੰਦੇ ਸੀ ਅਸੀਂ ਸੀਨੀਅਰ ਆ, ਤੁਸੀਂ ਜੂਨੀਅਰ ਆ, ਤੁਸੀਂ ਸਾਡਾ ਕਹਿਣਾ ਮੰਨੋ। ਜਦ ਉਹਨਾਂ ਨੇ ਨਹੀਂ ਮੰਨਿਆ ਸਰ, ਤਾਂ ਫਿਰ ਇਹਨਾਂ ਨੇ ਮੁਕਤਸਰ ਸਾਹਿਬ ਇੱਕ ਫਰਜ਼ੀ ਪਰਚਾ ਦਰਜ ਕੀਤਾ। 15 ਲੱਖ ਦਾ ਮੇਰਾ ਸੌਦਾ ਕੀਤਾ ਵੀ ਇਹਨੂੰ ਉੱਧਰ ਚੱਕ ਕੇ ਲੈ ਜਾਓ, ਤੋਂ 15 ਲੱਖ ਲਵਾਂਗੇ, ਇਹਨੂੰ ਉੱਧਰ ਮਾਰ ਦੇਵਾਂਗੇ ਕਿ ਲੁਧਿਆਣਾ ਦੀ ਪੁਲਿਸ ਨੇ ਹੁਣ ਇਹਨੂੰ ਹਾਰਮ ਨਹੀਂ ਕਰਨ ਦੇਣਾ। ਲੇਕਿਨ ਨਸੀਬ ਕਹਿ ਸਕਦੇ ਹੋ ਨਹੀਂ ਗੱਲ ਬਣੀ ਇਹਨਾਂ ਦੀ। ਤੇ ਗੁਰਪ੍ਰੀਤ ਦਿਓ ਮੈਮ ਸਾਡੇ IG NRI ਸੀਗੇ, ਉਹਨਾਂ ਦੇ ਨੌਲੇਜ 'ਚ ਆਇਆ, ਉਹਨਾਂ ਨੇ ਫਟਾਫਟ ਉਸ ਵੇਲੇ ਇਨਕੁਆਇਰੀਆਂ ਕੀਤੀਆਂ। ਨਾ ਸਰ ਮੇਰਾ ਕੋਈ ਚੈੱਕ, ਨਾ ਮੇਰਾ ਕੋਈ ਐਡਰੈਸ, ਨਾ ਮੇਰਾ ਉੱਥੇ ਕੋਈ ਨਾਂ ਨਿਸ਼ਾਨ। ਉਹਨਾਂ ਨੇ ਕਿਹਾ ਜੀ ਇਹ ਬੇਕਸੂਰ ਆ। ਸਰ ਸਮਝ ਨਹੀਂ ਆਉਂਦੀ ਕਿਸੇ ਬੰਦੇ ਨੂੰ ਲੁਧਿਆਣੇ ਤੋਂ ਚੱਕ ਕੇ ਮੁਕਤਸਰ ਸਾਹਿਬ ਲੈ ਜਾਣਾ, ਉਹਦਾ ਸੌਦਾ ਕਿ ਮੇਰੇ ਕੋਲ ਐਫੀਡੇਵਿਟ ਆ ਸਰ, ਜਿਹੜਾ ਇਹਨਾਂ ਨੇ 60 ਪੈਸੇ ਤੇਰੇ 40 ਪੈਸੇ ਮੇਰੇ, ਮੇਰੇ ਕੋਲ ਐਫੀਡੇਵਿਟ ਆ, ਕਰ ਲਿਆ ਸਭ ਕੁਛ। ਲੇਕਿਨ
ਨਾ ਤਾਂ ਉਹ ਬੰਦਾ ਫੜਿਆ ਜਿਹਨੇ ਫਰਜ਼ੀ ਚੈੱਕ ਲਾਏ ਸੀ, ਕਿਉਂਕਿ ਓਬੀਸੀ ਬੈਂਕ ਕੋਟਕਪੂਰਾ ਨੇ ਉਹਨਾਂ ਨੂੰ ਸਪਸ਼ਟ ਕੀਤਾ ਪੁਲਿਸ ਨੂੰ ਕਿ ਨਾ ਇਦਾਂ ਦੇ ਚੈੱਕ ਸੀਰੀਜ਼ ਸਾਡੀਆਂ ਬੈਂਕਾਂ ਦੇ ਵਿੱਚ ਕਦੀ ਬਣੀਆਂ, ਨਾ ਜੋਗਿੰਦਰ ਕੌਰ ਸੰਧੂ ਦਾ ਕਦੀ ਸਾਡੇ ਕੋਲ ਕੋਈ ਅਕਾਊਂਟ ਹੈ, ਲੇਕਿਨ ਉਹਨਾਂ ਤੇ ਸਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਤੇ ਮੈਂ ਹਾਈ ਕੋਰਟ ਆਪਣਾ ਕੇਸ ਪਾ ਕੇ ਕੁਐਸ਼ਿੰਗ ਦਾ ਮੈਂ ਫਰਾਂਸ ਚਲੇ ਗਈ। ਮੈਂ 5 ਮਹੀਨਿਆਂ ਬਾਅਦ ਜਦ ਵਾਪਸ ਆਈ, ਇਹਨਾਂ ਨੇ ਉਹ ਸਰਦਾਰ ਤੇਜਿੰਦਰਪਾਲ ਸਿੰਘ ਜੀ SHO ਸੀ ਜਿਨ੍ਹਾਂ ਨੇ ਸਾਰਾ ਕਾਰਵਾਈ ਕੀਤੀ, ਇਹਨਾਂ ਨੇ ਉਹ ਕਾਰਵਾਈ ਲੁਕੋ ਕੇ ਕਿਸੇ ਬਿਕਰਮਜੀਤ ਕੋਲੋਂ ਮੈਨੂੰ ਮੁੱਖ ਦੋਸ਼ੀ ਬਣਾਤਾ। ਸਰ ਇਹਨਾਂ ਦੀਆਂ ਕਾਰਵਾਈਆਂ 20 ਸਾਲ ਦੀਆਂ ਅਗਰ ਅਸੀਂ ਤਾਂ ਗਿਣਨ ਲੱਗਾਂਗੇ ਨਹੀਂ ਗਿਣ ਨਹੀਂ ਸਕਾਂਗੇ, ਜਿੰਨੇ ਟੌਰਚਰ ਇਹਨਾਂ ਨੇ ਮੈਨੂੰ ਦਿੱਤੇ ਆ। ਮੈਡਮ ਜੇ ਅਸੀਂ ਹੁਣ ਤੱਕ ਦੀ ਗੱਲ ਕਰੀਏ, 20 ਸਾਲ ਹੋ ਗਏ ਤੁਹਾਨੂੰ ਆਪਣਾ ਇਹ ਸੰਘਰਸ਼ ਕਰਦਿਆਂ ਨੂੰ, ਹੁਣ ਤੱਕ ਕਿਹਦੇ ਦਰ ਤੇ ਤੁਸੀਂ ਜਾ ਚੁੱਕੇ ਹੋ? DGP ਦਾ ਤੁਸੀਂ ਜ਼ਿਕਰ ਕੀਤਾ, ਇਸ ਤੋਂ ਇਲਾਵਾ ਹੋਰ ਕਿਹਦੇ ਤੱਕ ਤੁਸੀਂ ਕੋਈ ਸਿਆਸੀ ਆਗੂਆਂ ਤੱਕ ਹੋਰ ਕਿਸੇ ਤੱਕ ਪਹੁੰਚ ਕੀਤੀ ਹੋਵੇ? ਦੇਖੋ ਸਰ, ਸਾਡੇ ਵੈਸੇ ਤਾਂ ਸਿਆਸੀ ਆਗੂਆਂ ਨੂੰ ਨਹੀਂ, ਅਸੀਂ CM ਸਾਹਿਬ ਨੂੰ ਹੀ ਆਪਣਾ ਆਗੂ ਮੰਨਦੇ ਹਾਂ। ਤੇ ਸਾਡੇ ਕੁਲਦੀਪ ਸਿੰਘ ਢਾਲੀਵਾਲ ਮੇਲਾ ਲੱਗਿਆ ਸੀ ਲੁਧਿਆਣੇ, ਉੱਥੇ ਆਏ ਸੀ। ਅਸੀਂ ਕਿਹਾ ਜੀ ਬਾਕੀ ਤਾਂ ਹੈ, ਜਰਾ ਤੁਸੀਂ ਮੇਰੇ ਵੱਲ ਦੇਖੋ ਤਾਂ। ਤੇ ਇਹਨਾਂ ਨੇ ਉੱਥੇ ਮਤਲਬ ਕਿਹਾ ਕਿ ਇਹਦਾ ਸਾਰਾ ਸਮਾਨ, ਕਿਉਂਕਿ ਜਿਹੜਾ ਸਮਾਨ ਇਹਨਾਂ ਨੇ ਲੁੱਟਿਆ ਉਹ ਮੈਂ ਕੋਈ ਕੇਸ ਨਹੀਂ ਹੱਲੇ ਪਾਇਆ, ਇਹ ਸਿਰਫ ਜਿਹੜੇ ਇਹਨਾਂ ਨੇ ਗਲਤ ਪਰਚੇ ਦਰਜ ਕਰਕੇ ਮੈਨੂੰ ਫਸਾਉਂਦੇ ਸੀ ਉਹ ਕੇਸ ਇਹਨਾਂ ਤੇ ਪਏ ਆ। ਤੇ ਉਹਨੇ ਕਿਹਾ ਇਹਦਾ ਸਾਰਾ ਸਮਾਨ ਦਿਓ, ਉਹ ਆਪਣੇ ਘਰ ਨੂੰ ਜਾਵੇ, ਲੇਕਿਨ ਕੁਝ ਨਹੀਂ ਹੋਇਆ। 2 ਮਹੀਨੇ ਬਾਅਦ ਮੈਂ 62 ਸੈਕਟਰ ਦੇ ਵਿੱਚ ਇਹਨਾਂ ਦਾ ਇੱਕ ਆਫਿਸ ਹੈ, ਮੈਂ ਉੱਥੇ ਗਈ। ਮੇਰੇ ਸਾਹਮਣੇ ਉਹਨਾਂ ਨੇ ਵੋਲੰਟਰੀਲੀ ਕਿਹਾ, ਕਹਿੰਦਾ ਸੀ ਵੀ ਤੈਨੂੰ ਮੈਂ ਕੀ ਕਹਿ ਕੇ ਆਇਆ ਸੀ ਵੀ ਉਹਦਾ ਸਮਾਨ ਦਿਓ ਸਾਰਾ। ਸਰ ਸਮਾਨ ਹੁਣ ਵੰਡ ਲਿਆ, ਹੁਣ ਖਾ ਲਿਆ, ਹੁਣ ਕਿੱਥੋਂ ਦੇਣ? ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ। ਸੋ ਉਹਨਾਂ NRI ਮੰਤਰੀ ਆ, ਉਹਦੀ ਵੀ ਨਹੀਂ ਕਿਸੇ ਨੇ ਸੁਣੀ, ਆਪਾਂ ਕੀ ਕਰਾਂਗੇ? ਹੁਣ ਤੁਸੀਂ ਗਵਰਨਰ ਨੂੰ ਵੀ ਮੁਲਾਕਾਤ ਕਰਕੇ ਆਏ ਹੋ? ਗਵਰਨਰ ਕਹਿੰਦੇ ਸਰ ਮੈਂ ਪਿਛਲੇ ਮਹੀਨੇ ਕਰਕੇ ਆਈ ਸੀ। ਪਿਛਲੇ ਮਹੀਨੇ ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਮੈਂ CP ਨੂੰ ਫੋਨ ਕਰਦਾ ਵੀ ਫਾਈਨਲਾਈਜ਼ ਇਟ, ਲੇਕਿਨ CP ਸਾਹਿਬ ਦਾ ਉਦੋਂ ਕਿਸੇ ਰੀਜ਼ਨ ਕਰਕੇ ਨਾ ਫੋਨ ਨਹੀਂ ਲੱਗਿਆ। ਤੇ ਉਸ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਇਆ। ਹੁਣ ਉਹਦੀ ਮੈਂ ਅੱਜ ਉਹਨਾਂ ਨੂੰ ਦੁਬਾਰਾ ਤੋਂ ਰਿਮਾਈਂਡ ਕਰਾ ਕੇ ਆਈ ਹਾਂ ਕਿ 1 ਮਹੀਨਾ ਹੋ ਗਿਆ, ਮਹੀਨੇ ਤੋਂ ਜ਼ਿਆਦਾ ਹੋ ਗਿਆ, ਪਲੀਜ਼ ਮੇਰਾ ਸੋਲੂਸ਼ਨ ਕਰੋ। ਹਾਂਜੀ, ਬਾਕੀ ਮੇਨ ਤਾਂ ਇਹ ਦੇਖੋ ਜੀ DGP ਕਰ ਸਕਦਾ ਆ, ਕਿਉਂਕਿ ਮੈਂ ਜਦੋਂ ਗਈ ਤਾਂ ਕਹਿੰਦੇ ਜੀ DGP ਨਹੀਂ ਮਿਲੂਗਾ, ADGP ਮਿਲੂਗਾ। ਸਾਡੇ ADGP ਮਿਸਰਾ ਉਹ ਹੈ, ਉਹ ਕਹਿੰਦੇ ਬੀਬਾ ਗੱਲ ਨੂੰ ਮੈਂ ਸਾਰੀ ਨੂੰ ਸਮਝਦਾ ਵੀ ਉਹ ਥਾਣੇਦਾਰ ਬਰੀ ਹੋ ਜਵੇ, ਜੋ ਮਰਜ਼ੀ ਹੋ ਜਵੇ, ਸਮਾਨ ਕਿੱਥੇ ਆ ਜਿਹੜਾ ਉਹਨੇ ਲੁੱਟਿਆ? ਜਦੋਂ ਪੁਲਿਸ ਨੇ ਪਰਚਾ ਦਰਜ ਕੀਤਾ, ਪੁਲਿਸ ਨੇ ਉਹ ਸਮਾਨ ਕਿਉਂ ਨਹੀਂ ਬਰਾਮਦ ਕੀਤਾ? ਜਾਂ ਤੈਨੂੰ ਦਿੰਦੇ ਜਾਂ ਕੋਰਟ 'ਚ ਜਮ੍ਹਾਂ ਕਰਾਉਂਦੇ। ਲੇਕਿਨ ਕਹਿੰਦੇ ਪ੍ਰੋਬਲਮ ਹੈ ਇਹਦੀ ਫਾਈਨਲ ਜਿਹੜੀ ਗੱਲ ਉਹ DGP ਸਾਹਿਬ ਹੀ ਕਰ ਸਕਦੇ, ਤੇ DGP ਨੂੰ ਸਾਹਿਬ ਜੋ ਮੋਰੇ ਖੜੇ ਕੀਤੇ ਹੋਆ ਨਾ, ਉਹ ਤਾਂ ਹੈ ਨਹੀਂ। ਉਹ ਤੇ ਚੱਲ ਹੁਣ ਮੈਡਮ ਭਗਵੰਤ ਮਾਨ ਦੀ ਸਰਕਾਰ ਬਣੀ ਆ, ਉਹਨਾਂ ਨੂੰ ਕੋਈ ਅਪੀਲ ਕਰ ਰਹੇ ਹੋ? ਕਿਉਂਕਿ ਉਹਨਾਂ ਨੇ ਤਾਂ ਸਾਫ਼ ਤੌਰ ਤੇ ਕਿਹਾ ਸੀਗਾ ਕਿ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਸਲਾਖਾਂ ਪਿੱਛੇ ਸੁੱਟਿਆ ਕਰਾਂਗੇ। ਜੇ ਖਾਸ ਕਰਕੇ NRI ਭਰਾ ਉਹਨਾਂ ਨੂੰ ਕੋਈ ਮਸਲਾ ਆਉਂਦਾ ਤਾਂ ਉਹਨਾਂ ਦੇ ਮਸਲੇ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਭਗਵੰਤ ਮਾਨ ਦੀ ਸਰਕਾਰ ਨੂੰ ਕੀ ਅਪੀਲ ਕਰ ਰਹੇ ਹੋ? ਸਰ ਪਹਿਲਾਂ ਤਾਂ ਵੀ ਆਰ ਵੈਰੀ ਹੈਪੀ ਕਿ ਭਗਵੰਤ ਮਾਨ ਜੀ CM ਬਣ ਗਏ। ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਦੌੜ ਕੇ। ਤੇ ਉਸ ਤੋਂ ਬਾਅਦ ਅਸੀਂ ਇੱਥੇ ਇਹਨਾਂ ਦੇ ਆਫਿਸ ਆਏ ਤਾਂ ਇਹਨਾਂ ਦੇ OSD ਕਹਿੰਦੇ ਤੁਸੀਂ ਬੁੱਧਵਾਰ ਆਇਓ, ਫਿਰ ਕਹਿੰਦੇ ਉਹ ਗੁਜਰਾਤ ਗਏ ਆ, ਫਿਰ ਕਹਿੰਦੇ ਫਿਰ ਆਇਓ, ਫਿਰ ਆਏ ਜੀ। 2-3 ਮਹੀਨੇ ਲੰਘ ਗਏ। ਬਾਅਦ ਵਿੱਚ ਸਾਨੂੰ ਕਹਿੰਦੇ ਜਾਓ, ਇੱਥੋਂ ਹੁਣ ਨਹੀਂ ਮਿਲਣਾ। ਫਿਰ ਅਸੀਂ ਕੀ ਕਰਾਂਗੇ ਸਰ? ਉੱਥੇ ਧੱਕੇ ਨਾਲ ਥੋੜੀ ਜਾਵਾਂਗੇ। ਮੈਡਮ ਵੈਸੇ ਲੱਗਦਾ ਕਿ NRI ਹੋਣਾ ਵੀ ਜੁਰਮ ਹੋ ਗਿਆ? ਆਪਣੇ ਖੇਤੇ ਦੇ ਵਿੱਚ ਹੀ ਲੁੱਟ ਹੋ ਰਹੀ ਹੈ ਜੀ ਜੁਰਮ, ਪੱਕਾ ਜੁਰਮ ਆ। ਇੱਕ ਮੁੰਡਾ ਕਪੂਰਥਲੇ ਦਾ ਸੀਗਾ, ਅਸੀਂ ਇਕੱਠਿਆਂ ਨੇ ਕਾਨਫਰੰਸ ਕੀਤੀ ਸੀਗੀ ਇੱਥੇ। ਉਸ ਮੁੰਡੇ ਦਾ ਸਿਰਫ 2 ਲੱਖ ਰੁਪਈਆ ਇੱਕ ਰਿਕਸ਼ੇ ਵਾਲੇ ਨੂੰ ਦੇ ਕੇ ਉਹਦਾ ਮਰਡਰ ਕਰਾਤਾ ਸੀ। ਅਸੀਂ ਖੁਦ ਮਰਡਰ ਹੁੰਦੇ ਦੇਖੇ ਆ। ਤੇ ਮੇਰਾ 4 ਵਾਰ ਇਹਨਾਂ ਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਅਲੱਗ ਗੱਲ ਆ ਵੀ ਨਹੀਂ ਗੱਲ ਬਣੀ ਇਹਨਾਂ ਦੀ, ਲੇਕਿਨ ਖਤਮ ਕਰਨ ਲਈ ਇਹਨਾਂ ਨੇ ਬਹੁਤ ਸਾਲ ਪਹਿਲਾਂ ਤੋਂ ਹੀ ਮੇਰੇ ਲਈ ਇਹਨਾਂ ਨੇ ਵਿਉਂਤਬੰਦੀ ਕੀਤੀ ਹੋਈ ਹੈ। ਹੁਣ ਸਰ ਇਹ ਗੱਲ ਦੱਸੋ, ਲਾਅ ਐਂਡ ਆਰਡਰ ਹੈ। 26 ਜੁਲਾਈ ਨੂੰ ਜੱਸੀ ਦਾ ਮੁੰਡਾ ਮੇਰਠ ਤੋਂ ਹਥਿਆਰ ਮੰਗਾਏ ਸੀ ਇਲੀਗਲ, 2 ਪਿਸਤੌਲ ਸੀ, ਕੁਛ ਸੀਗੇ ਰੌਂਦ। 15 ਅਗਸਤ ਨੂੰ ਇੰਨੀ CID ਹੁੰਦੀ ਆ, ਕਿਉਂ ਨਹੀਂ ਇਹਨਾਂ ਨੇ ਪੁੱਛਿਆ ਵੀ ਇਹ ਹਥਿਆਰ ਕਿਉਂ ਆਇਆ? ਜੱਸੀ ਕੌਣ ਹੈਗਾ ਇੱਥੇ? ਸਰ ਉਹੀ ਆ, ਇਹਨਾਂ ਨੇ ਉੱਥੇ ਰੱਖਿਆ ਹੋਇਆ ਲੁੱਟਣ ਖੋਹਣ ਵਾਸਤੇ ਲੋਕਾਂ ਦੇ ਘਰਾਂ ਦੇ। ਲੁਧਿਆਣੇ ਦੇ ਵਿੱਚ? ਹਾਂਜੀ, ਲੁਧਿਆਣੇ ਵਿੱਚ। ਉਹ ਇਹਨਾਂ ਦਾ ਉਹ ਹੈਗਾ, ਮਤਲਬ ਉਹ ਦੱਸਦਾ ਆ ਵੀ ਆਹ ਘਰ ਲੁੱਟ ਹੋ ਸਕਦਾ, ਆਹ ਘਰ ਲੁੱਟ ਹੋ ਸਕਦਾ। ਉਹ ਇਹਨਾਂ ਦਾ ਇਨਫੋਰਮਰ ਆ, ਔਰ ਉਹਦੇ ਤੇ ਜਦ ਪਰਚਾ ਦਰਜ ਹੁੰਦਾ ਉਹਨੂੰ ਕੁਝ ਨਹੀਂ ਕਹਿੰਦੇ। ਹਾਂਜੀ।
ਤੁਸੀਂ ਹੁਣ ਕੀ ਅਪੀਲ ਕਰ ਰਹੇ ਹੋ ਇਸ ਵਕਤ? ਅਪੀਲ ਤਾਂ ਸਰ ਮੈਂ ਡੀਜੀਪੀ ਨੂੰ ਇਹੀ ਆ ਕਿ ਇੱਕ ਵਾਰੀ ਬਾਹਰ ਨਿਕਲੋ, ਫੇਸ ਟੂ ਫੇਸ ਆਓ। ਜਿਹੜਾ ਗਲਤ ਬੋਲਦਾ ਹੈ, ਜਿਹੜਾ ਝੂਠ, ਅਗਰ ਮੈਂ ਝੂਠ ਬੋਲਦੀ, ਇੱਕ ਲਫ਼ਜ਼ ਵੀ ਮੈਂ ਝੂਠ ਬੋਲਦੀ ਆ, ਤਾਂ ਮੈਨੂੰ ਪਨਿਸ਼ ਕਰਨ ਦਾ ਉਹਨੂੰ ਪੂਰਾ ਰਾਈਟ ਆ। ਅਦਰਵਾਈਜ਼ ਉਹਦੇ ਪੁਲਿਸ ਵਾਲੇ ਲੁਟੇਰੇ ਜਿਹੜੇ ਹੈਗੇ ਆ, ਉਹਨਾਂ ਨੂੰ ਪਨਿਸ਼ ਕਰੇ ਤਾਂ ਕਿ ਇਹ ਮਾਮਲਾ ਜਿਹੜਾ ਉਹ ਖਤਮ ਹੋਵੇ ਔਰ ਮੈਂ ਆਪਣੇ ਘਰ ਨੂੰ ਜਾਵਾਂ। ਬਹੁਤ ਸ਼ੁਕਰੀਆ। ਸੋ ਇਹ ਸਨ ਮੈਡਮ ਜਿਹੜੇ ਸਾਫ਼ ਤੌਰ 'ਤੇ ਜ਼ਿਕਰ ਕਰ ਰਹੇ ਨੇ ਕਿ ਲੰਮਾ ਸਮਾਂ ਹੋ ਗਿਆ, 20 ਸਾਲ ਦਾ ਸਮਾਂ ਹੋ ਗਿਆ ਕਿ ਕਿਸ ਤਰੀਕੇ ਨਾਲ ਜਿਨ੍ਹਾਂ ਤੋਂ ਹਿਫਾਜ਼ਤ ਦੀ ਅਸੀਂ ਉਮੀਦ ਕਰਦੇ ਹਾਂ, ਉਹਨਾਂ ਲੋਕਾਂ ਨੇ ਹੀ ਕਹਿੰਦੇ ਕਿ ਸਾਨੂੰ ਲੁੱਟਿਆ ਹੈਗਾ, ਤੇ ਉਸ ਤੋਂ ਬਾਅਦ ਸਾਡੀ ਸੁਣਵਾਈ ਜਿਹੜੀ ਹੈ ਨਾ ਤਾਂ ਕੋਈ ਸਿਆਸਤਦਾਨ ਕਰ ਰਿਹਾ ਹੈਗਾ ਤੇ ਨਾ ਹੀ ਡੀਜੀਪੀ ਕਰ ਰਹੇ ਹੈਗੇ ਨੇ। ਫਿਲਹਾਲ ਆਪਣੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਨੇ, ਕਹਿੰਦੇ ਨੇ ਕਿ ਲੰਮਾ ਸਮਾਂ ਹੋ ਗਿਆ, ਸਗੋਂ ਮੈਨੂੰ ਹੋਰ ਵਾਧੂ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ, ਨਾ ਕਿ ਇਨਸਾਫ ਦਿੱਤਾ ਜਾ ਰਿਹਾ। ਫਿਲਹਾਲ ਦੇਖਣਾ ਹੋਵੇਗਾ ਕਿ NRI ਭਰਾਵਾਂ ਨੂੰ ਲੈ ਕੇ ਬੜੇ ਵੱਡੇ ਦਾਅਵੇ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਆਗੂ, ਉਹਨਾਂ ਦੀ ਹੁਣ ਸਰਕਾਰ ਬਣੀ ਹੈ। ਕਹਿੰਦੇ ਕਿ ਮੈਂ ਕੋਸ਼ਿਸ਼ ਵੀ ਕੀਤੀ ਹੈ ਕਿ ਮੁੱਖ ਮੰਤਰੀ ਤੱਕ ਪਹੁੰਚ ਹੋਵੇ, ਪਰ ਸੁਣਵਾਈ ਨਹੀਂ ਹੋਈ। ਫਿਲਹਾਲ ਦੇਖਣਾ ਹੋਵੇਗਾ ਕਿ ਇਨਸਾਫ ਦੇ ਲਈ ਇਹਨਾਂ ਨੂੰ ਹੋਰ ਕਿੰਨਾ ਅਤੇ ਕਦੋਂ ਤੇ ਕਿੱਥੇ ਠੋਕਰਾਂ ਖਾਣ ਦੇ ਲਈ ਮਜਬੂਰ ਹੋਣਾ ਪੈਂਦਾ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣਾ ਕਮੈਂਟ, ਆਪਣੀ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਸਹਿਯੋਗੀ ਵਿਜੇ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।